एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। थाप्या न जाए कीता न होए, आपे आप निरंजन सोए। जिन सेव्या तिन पाया मान, नानक गावियै गुणी निधान। गावियै सुनियै मन रखियै पाओ, दुख पर हर सुख कर लै जाए। गुरमुख नादम गुरमुख वेदम, गुरमुख रहा समाई। गुर ईश्वर गुर गोरख ब्रह्मा, गुर पार्वती माई। जीवो जाना आखा नाई, कहना कथन न जाई। गुरा इक दे बुझाई, सबना जियां का इक दाता। सो मैं विसर न जाई। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह नजर कर दियो महाराज, कृपा करो। दरगाह तो कृपा कर दियो हजूर। सुरत और शब्द का मेल मिल जाए महाराज, कृपा हो जाए, नजर हो जाए। वाहिगुरु जी का खालसा, वाहिगुरु जी की फतेह। धन गुरु गोबिंद सिंह साहब सच्चे पातशाह महाराज जी। वाहिगुरु 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 वाहिगुरु। वीर दी ਦਾ ਆਦੇਸ਼ ਸੀਗਾ ਉਸ ਦਿਨ ਕਿ ਇਹ ਸ਼ਬਦ ਅਧੂਰਾ ਰਹਿ ਗਿਆ। ਐਵੇਂ ਲੱਗਿਆ ਉਹਨਾਂ ਨੂੰ। ਇਸ ਪੌੜੀ ਨੂੰ ਮੈਂ ਦੁਬਾਰਾ ਪੜ੍ਹ ਦਿਆਂ। ਮਹਾਰਾਜ ਅਸੀਂ ਗੁਰਮੁਖ ਨਾਦੰਗ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਇਸ ਤੋਂ ਪਹਿਲੀ ਵਿਚਾਰ ਅਸੀਂ ਕਰ ਚੁੱਕੇ ਸੀ। ਗੱਲ ਕੀ ਹੈ ਕਿ ਜਦੋਂ ਅਸੀਂ ਫਰਜ਼ ਕਰੋ ਮਿਊਜ਼ਿਕ ਸਿੱਖਣ ਜਾਂਦੇ ਹਾਂ ਤਾਂ ਪਹਿਲਾ ਟੀਚਰ ਸਾਨੂੰ ਸੁਰ ਗਿਆਨ ਦਿੰਦਾ ਹੈ। ਸੁਰ ਗਿਆਨ ਦਾ ਮਤਲਬ ਹੈ ਕਿ ਮੇਰਾ ਸੁਰ ਜਿਹੜਾ ਹੈ ਉਹ ਠੀਕ ਜਗ੍ਹਾ ਟਿਕ ਜਾਏ। ਇਹ ਨੀਂਵ ਹੈ ਸੰਗੀਤ ਦੀ। ਪਰ ਜਦੋਂ ਕਿਸੇ ਦਾ ਸੁਰ ਟਿਕ ਜਾਂਦਾ ਹੈ ਤੇ ਉਹਦੇ ਮਨ ਵਿੱਚ ਉਸ ਤਰ੍ਹਾਂ ਦੀ ਹਾਰਮਨੀ, ਉਸ ਤਰ੍ਹਾਂ ਦੀ ਇਕਮਿਕਤਾ ਸੰਗੀਤ ਨਾਲ ਹੋ ਜਾਂਦੀ ਹੈ ਕਿ ਗਾਉਂਦੇ ਹੀ ਮਨ ਸੰਗੀਤ ਨਾਲ ਇਕਾਗਰ ਹੋ ਜਾਂਦਾ ਹੈ। ਕੁਝ ਇਸੇ ਤਰ੍ਹਾਂ ਹੀ ਮਨ ਦੀ ਟਿਊਨਿੰਗ ਦੀ ਵੀ ਲੋੜ ਹੈ। ਜਿਹੜਾ ਮਨ ਖਿੰਡਾਓ ਵਿੱਚ ਹੈ, ਖਿੰਡਿਆ ਹੋਇਆ ਹੈ, ਇਕਾਗਰ ਨਹੀਂ ਹੈ, ਧਿਆਨ ਵਿੱਚ ਨਹੀਂ ਹੈ, ਇੱਧਰ ਉੱਧਰ ਭਟਕ ਰਿਹਾ ਹੈ, ਉਹ ਮਨ ਆਪਣੇ ਅੰਤਰ ਦੇ ਗਿਆਨ ਨਾਲ ਟਿਊਨ ਵਿੱਚ ਨਹੀਂ ਹੈ। ਉਹ ਬਾਹਰ ਦੀ ਇੰਦਰੀਆਂ ਤੋਂ ਅਸਰ ਲੈ ਕੇ ਜਿੱਧਰ ਇੰਦਰੀ ਲੈ ਜਾਂਦੀ ਹੈ ਉੱਥੇ ਟੁੱਟਦਾ ਹੈ, ਔਰ ਇਸ ਕਾਰਨ ਭਟਕਦਾ ਹੈ, ਦੁੱਖ ਵੀ ਪਾਉਂਦਾ ਹੈ, ਔਰ ਟਿਊਨ ਵਿੱਚ ਨਹੀਂ ਰਹਿੰਦਾ। ਮਨ ਜਿਹੜਾ ਮੈਂ ਸ਼ਬਦ ਵਰਡ ਯੂਜ਼ ਕਰ ਰਿਹਾ ਟਿਊਨ, ਇੱਕ ਤਰ੍ਹਾਂ ਮਨ ਦੀ ਇਕਾਗਰਤਾ ਕੁਝ ਇਸੇ ਤਰ੍ਹਾਂ ਹੀ ਲੱਗਦੀ ਹੈ। ਜਦੋਂ ਅਸੀਂ ਸ਼ਬਦ ਨਾਲ ਸੁਰਤ ਨੂੰ ਰਲਾ ਲਈਏ ਤੇ ਮਨ ਆਪਣੀ ਇਕਾਗਰਤਾ ਵਿੱਚ ਆ ਜਾਂਦਾ ਹੈ।
ਵੈਸੇ ਤੇ ਮਨ ਦੀ ਇਕਾਗਰਤਾ ਮਨ ਦਾ ਸੱਤ ਹੈ। ਇਸ ਤੋਂ ਮੇਰਾ ਭਾਵ ਇਹ ਹੈ ਕਿ ਮਨ ਅਸਲ ਵਿੱਚ ਇਕਾਗਰ ਹੀ ਹੈ। ਬਾਹਰ ਦੇ ਅਕਸਾਂ ਨਾਲ, ਬਾਹਰ ਦੇ ਇਫੈਕਟ ਨਾਲ, ਬਾਹਰ ਦੇ ਇੰਪੈਕਟ ਨਾਲ ਮਨ ਜਿਹੜਾ ਹੈ ਖਿੰਡਿਆ ਹੋਇਆ ਹੈ, ਆਪਣੀ ਇਕਾਗਰਤਾ ਤੋਂ ਟੁੱਟਿਆ ਹੋਇਆ ਹੈ। ਇਹਦਾ ਅਸਲ ਰੂਪ ਇਕਾਗਰ ਹੈ। ਅਸਲ ਰੂਪ ਮਨ ਦਾ ਧਿਆਨਸਥ ਗਿਆਨ ਹੈ, ਆਨੰਦ ਹੈ। ਤਾਂ ਇਸ ਕਰਕੇ ਜਦੋਂ ਅਸੀਂ ਧਿਆਨ ਵੱਲ ਜਾਂਦੇ ਹਾਂ ਸ਼ਬਦ ਦੇ ਨਾਲ, ਤਾਂ ਅਸੀਂ ਮਨ ਦੀ ਅਸਲ ਡੂੰਘਾਈ ਵਿੱਚ ਜਾ ਸਕਦੇ ਹਾਂ, ਉਹਦਾ ਤੱਤ ਜਾਣ ਸਕਦੇ ਹਾਂ, ਉਹਦਾ ਸੱਤ ਜਾਣ ਸਕਦੇ ਹਾਂ। ਮਹਾਰਾਜ ਸਾਨੂੰ ਇੱਕ ਇਸ ਤਰ੍ਹਾਂ ਦੀ ਗੱਲ ਸਮਝਾ ਰਹੇ ਹਨ ਕਿ ਜਦੋਂ ਗੁਰਮੁਖ ਹੋ ਜਾਂਦਾ ਹੈ ਤਾਂ ਅਵਸਥਾ ਕੀ ਹੈ ਮਨ ਦੀ। ਗੁਰੂ ਤੇਗ ਬਹਾਦਰ ਸਾਹਿਬ ਨੇ ਕਾਹੇ ਰੇ ਮਨ ਖੋਜਣ ਜਾਈ ਵਿੱਚ 2 ਲਾਈਨਾਂ ਵਿੱਚ ਨਿਰੰਕਾਰ ਦੀ ਗੱਲ ਕੀਤੀ ਹੈ ਕਿ ਭੁਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਇਹ ਹੁਣ ਸਾਹਿਬ ਨੇ ਮਨ ਦੇ ਵਿੱਚ ਵਸੇ ਸੱਤ ਦੀ ਗੱਲ ਸਾਨੂੰ ਦ੍ਰਿੜਾਈ ਹੈ, ਸਮਝਾਈ ਹੈ। ਉਹ ਖੁਸ਼ਬੂ ਜਿਹੜੀ ਸਾਨੂੰ ਸੁੰਘਣ 'ਚ ਨਹੀਂ ਆਉਂਦੀ, ਫੁੱਲ ਵਿੱਚ ਹੈ, ਦਿਖਦੀ ਨਹੀਂ ਹੈ। ਉਹ ਪ੍ਰਤੀਬਿੰਬ ਮਿਰਰ ਦੇ ਵਿੱਚ, ਸ਼ੀਸ਼ੇ ਦੇ ਵਿੱਚ ਜਿਹੜਾ ਸਾਨੂੰ ਖਲੋ ਕੇ ਸਾਹਮਣੇ ਦਿਖਦਾ, ਪਰ ਵੈਸੇ ਹੈ ਨਹੀਂ। ਭਾਵ ਅਰਥ ਕੀ ਹੈ ਕਿ ਮਨ ਦੇ ਵਿੱਚ ਇੱਕ ਸੱਤ ਛਿਪਿਆ ਹੋਇਆ ਹੈ, ਜਿਹੜਾ ਸਾਨੂੰ ਐਪਰੈਂਟ ਨਹੀਂ ਹੈ, ਜਿਹੜਾ ਸੌਖੇ ਸੁਖਾਲੇ ਸਾਨੂੰ ਲੱਭਦਾ ਨਹੀਂ ਹੈ। ਉਹਦੇ ਕੁਝ ਕਾਰਨ ਨੇ। ਇੱਕ ਤੇ ਸਾਨੂੰ ਭਾਲ ਵੀ ਨਹੀਂ ਹੈ। ਅਸੀਂ ਲੱਭ ਤਾਂ ਰਹੇ ਹਾਂ, ਅਸੀਂ ਲੱਭ ਰਹੇ ਹਾਂ ਇਕਾਗਰਤਾ, ਲੱਭ ਰਹੇ ਹਾਂ ਮਨ ਦਾ ਧਿਆਨਸਥ ਅਵਸਥਾ, ਲੱਭ ਰਹੇ ਹਾਂ ਆਨੰਦ ਦੀ ਅਵਸਥਾ, ਪਰ ਗਿਆਨ ਨਾ ਹੋਣ ਦੇ ਕਾਰਨ ਉਹ ਬਾਹਰ ਲੱਭ ਰਹੇ ਹਾਂ। ਜਦੋਂ ਸਾਹਿਬ ਸਾਨੂੰ ਗੁਰਮੁਖ ਦਾ ਆਦੇਸ਼ ਕਰਦੇ ਹੈ, ਕਦੇ ਕਿਸੇ ਦਾ ਮਨ ਗੁਰਮੁਖ ਹੋਏ ਤਾਂ ਉਹਦੇ ਚੋਂ ਨਾਦ ਆਏਗਾ। ਨਾਦ ਇੱਕ ਹਾਰਮਨੀ ਹੈ। ਇਹਦਾ ਇਹ ਮਤਲਬ ਨਹੀਂ ਕਿ ਜ਼ਰੂਰੀ ਹੀ ਆਵਾਜ਼ ਆਏਗੀ। ਮਨ ਇੱਕ ਐਸੀ ਇਕਾਗਰ ਅਵਸਥਾ ਵਿੱਚ ਖੇਡੇਗਾ ਜਿਹੜਾ ਇੱਕ ਸੌਂਗ ਦੀ ਤਰ੍ਹਾਂ ਹੈ, ਜਿਹਦੇ ਵਿੱਚ ਇੱਕ ਆਜ਼ਾਦੀ ਹੈ, ਇੱਕ ਆਨੰਦ ਹੈ, ਇੱਕ ਹਜ਼ੂਰੀ ਹੈ ਔਰ ਇੱਕ ਪਰਿਪੂਰਨਤਾ ਹੈ, ਕੰਪਲੀਟਨੈਸ ਹੈ। ਇਹ ਨਾਮ ਦੀ ਹਜ਼ੂਰੀ ਜਦੋਂ ਮਨ ਵਿੱਚ ਹੋਏਗੀ, ਨਾਦ ਜਦੋਂ ਅਸੀਂ ਕੋਈ ਸੰਗੀਤ ਵਾਲਾ ਵੀ, ਜਦੋਂ ਸੰਗੀਤজ্ঞ ਮਿਊਜ਼ਿਕ ਗਾਉਂਦਾ ਹੈ ਤਾਂ ਸਾਡਾ ਮਨ ਇਕਾਗਰ ਹੋ ਜਾਂਦਾ ਹੈ, ਕਿਉਂਕਿ ਮਿਊਜ਼ਿਕ ਜਿਹੜਾ ਹੈ ਉਹ ਸਾਨੂੰ ਇਕਾਗਰ ਕਰਦਾ ਹੈ। ਇਹੀ ਭੇਦ ਸਾਨੂੰ ਕੀਰਤਨ ਵਿੱਚ ਵੀ ਸਾਹਿਬ ਨੇ ਇਹ ਇੱਕ ਬਖਸ਼ਿਸ਼ ਦਿੱਤੀ ਹੈ ਕਿ ਧਿਆਨ ਲਗਾਉਣ ਦਾ ਆਸਾਨ ਤਰੀਕਾ ਹੈ ਕੀਰਤਨ ਕਰਨਾ। ਆਪਣੇ ਆਪ ਕਰੀਏ ਸਭ ਤੋਂ ਅੱਛਾ। ਉਹਦੇ 'ਚ ਮਨ ਹਾਜ਼ਰ ਹੋ ਜਾਏ ਔਰ ਮਨ ਇਨ ਟਿਊਨ ਹੋ ਜਾਏ, ਸੰਗੀਤ ਵਿੱਚ ਲੀਨ ਹੋ ਜਾਏ, ਤੇ ਮਨ ਦਾ ਜਿਹੜਾ ਚੇਂਜਿੰਗ ਡਾਇਮੈਂਸ਼ਨ ਹੈ ਮਨ ਦੀ, ਜਿਹਦੇ 'ਚ ਬਦਲਾਵ ਹਮੇਸ਼ਾ ਰਹਿੰਦਾ ਹੈ,
ਜਿਹਦੇ 'ਚ ਵਿਚਾਰ ਹਮੇਸ਼ਾ ਰਹਿੰਦੇ ਹਨ, ਉਹ ਮਨ ਦਾ ਹਿੱਸਾ ਗਿਰ ਜਾਏਗਾ ਤੇ ਮਨ ਇੱਕ ਖੇੜੇ ਵਿੱਚ ਆ ਜਾਏਗਾ, ਇੱਕ ਆਨੰਦ ਵਿੱਚ ਆ ਜਾਏਗਾ, ਇੱਕ ਹਜ਼ੂਰੀ ਵਿੱਚ ਆ ਜਾਏਗਾ। ਸਾਹਿਬ ਬੜੇ ਪਿਆਰ ਨਾਲ ਸਮਝਾ ਰਹੇ ਹਨ ਕਿ ਗੁਰਮੁਖ ਨਾਦਨ, ਨਾਦ ਦਾ ਅੰਤ, ਨਾਦ ਵਿੱਚੋਂ, ਗੁਰਮੁਖ ਦੇ ਵਿੱਚੋਂ ਨਾਦ ਨਿਕਲੇਗਾ, ਔਰ ਇਹੀ ਨਾਦ ਗੁਰਮੁਖ ਨੂੰ ਮਿਲਿਆ ਹੈ। ਤਾਂ ਸਾਰੇ ਜਿਹੜੇ ਸ੍ਰਿਸ਼ਟੀ ਦੇ ਮਿਊਜ਼ਿਕ ਹਨ, ਅਗਰ ਇੱਕ ਤਰ੍ਹਾਂ ਦੇਖਿਆ ਜਾਏ ਤਾਂ ਸਾਰਾ ਸੰਗੀਤ ਐਸੇ ਨਾਦ ਨੂੰ ਲੱਭ ਰਿਹਾ ਹੈ ਕਿ ਜਦੋਂ ਮਨ ਇਕਾਗਰ ਅਵਸਥਾ ਵਿੱਚ ਉਹ ਮਨ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਜਦੋਂ ਇਹ ਝੂਠ ਨੂੰ ਤਿਆਗ ਕੇ ਸੱਤ ਦੇ ਆਨੰਦ ਵਿੱਚ ਘੁੰਮਦਾ ਹੈ, ਸਾਰਾ ਸੰਗੀਤ ਦੁਨੀਆ ਦਾ ਐਸੇ ਹਾਰਮਨੀ ਨੂੰ ਲੱਭ ਰਿਹਾ ਹੈ ਕਿ ਅੰਤਰ ਮਨ ਜਦੋਂ ਸ਼ਬਦ ਵਿੱਚ ਇਕਾਗਰ ਹੋ ਕੇ ਸੱਤ ਦੇ ਦਰਸ਼ਨ ਵਿੱਚ ਬੈਠ ਜਾਂਦਾ ਹੈ। ਉਸ ਦਿਨ ਇੰਦਰਜੀਤ ਵੀਰ ਨੇ ਇੱਕ ਸ਼ਬਦ ਵਰਤਿਆ ਸੀ, ਸੁਖਮਨਾ ਨਾੜੀ। ਦਰਅਸਲ ਸੁਖਮਨਾ ਨਾੜੀ ਜਿਹੜੀ ਹੈ ਯੋਗਾ ਤੋਂ ਸਾਡੇ ਕੋਲ ਆ ਰਹੀ ਹੈ। ਯੋਗੀ ਤਿੰਨ ਨਾੜੀਆਂ ਦੀ ਗੱਲ ਕਰਦੇ ਹੈ, ਈੜਾ, ਪਿੰਗਲਾ ਔਰ ਸੁਖਮਨਾ। ਸੁਖਮਨਾ ਨਾੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਮਹਾਰਾਜ ਨੇ ਕੁਛ ਜਗ੍ਹਾ ਮੈਂਸ਼ਨ ਕੀਤੀ ਹੈ। ਇਹ ਉਹ ਆਨੰਦ ਦੀ ਖੇੜੇ ਦੀ ਅਵਸਥਾ ਹੈ, ਮੈਨੂੰ ਲੱਗਦਾ ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਪਿਆ ਮੇਰੀ ਮਾਏ ਵਾਲੀ ਗੱਲ ਕੀਤੀ ਹੈ। ਜਦੋਂ ਮਨ ਆਪਣੇ ਆਪ ਹੀ ਖੇੜੇ 'ਚ ਹੈ, ਉਹ ਤਾਂ ਫਿਰ ਕੁਝ ਦਸਮ ਦੁਆਰ ਦੀ ਵੀ ਗੱਲ ਕਰਦੇ ਹੈ ਕਿ ਉਲਟਾ ਕਮਲ, ਉਹ ਫਿਰ ਮੈਨੂੰ ਲੱਗਦਾ ਅੱਗੇ ਦੀ ਕੁਝ ਗੱਲ ਹੈ। ਸੁਖਮਨਾ ਨਾੜੀ ਖੁੱਲਣ ਤੇ ਸਾਰੇ ਸੰਸਕਾਰ ਖਤਮ ਨਹੀਂ ਹੋ ਜਾਂਦੇ, ਇਹ ਜਰਨੀ ਦੀ ਬਲਕਿ ਇੱਕ ਹਜ਼ੂਰੀ ਦਾ ਭਰੋਸਾ ਹੋ ਜਾਂਦਾ ਹੈ, ਔਰ ਉਨਮਨ ਦੀ ਅਵਸਥਾ ਜਿਹੜੀ ਹੈ ਨੈਚੁਰਲ ਹੋ ਜਾਂਦੀ ਹੈ, ਇਹ ਲੱਗਦਾ ਮੈਨੂੰ। ਤਾਂ ਗੁਰੂ ਸਾਹਿਬ ਸਾਨੂੰ ਇਸ ਸ਼ਬਦ ਵਿੱਚ ਦੱਸ ਰਹੇ ਹਨ ਕਿ ਗੁਰਮੁਖ ਜਿਹੜਾ ਹੈ ਉਹ ਨਾਦ ਦਾ ਅੰਤ ਹੈ। ਕੀਰਤਨ ਦਾ ਅਸਰ ਵੀ ਸੁਰਤ ਤੇ ਕੁਝ ਇਸ ਤਰ੍ਹਾਂ ਹੀ ਹੈ ਕਿ ਮਿਊਜ਼ਿਕ ਦੇ ਸਹਾਰੇ ਨਾਲ ਮਨ ਇਕਾਗਰ ਹੋ ਜਾਂਦਾ ਹੈ, ਔਰ ਇਕਾਗਰਤਾ ਮਨ ਦੀ ਸਾਰੀ ਸ਼ਕਤੀਆਂ ਇੱਕ ਜਗ੍ਹਾ ਖੜੀ ਹੋ ਜਾਣ, ਉਸ ਨੂੰ ਇਕਾਗਰਤਾ ਕਹਿੰਦੇ ਆ। ਜਦੋਂ ਸੋਚ ਕਈ ਤਰ੍ਹਾਂ ਦੀ ਰਹਿ ਨਾ ਜਾਏ, ਕੇਵਲ ਇੱਕ ਇਕਾਗਰ ਮਨ ਹੋ ਜਾਏ, ਇਹ ਜਿਹੜੀ ਇਕਾਗਰ ਅਵਸਥਾ ਹੈ ਮਨ ਦੀ, ਇਹ ਮਿਊਜ਼ਿਕ ਦੇ ਨਾਲ ਆਸਾਨੀ ਨਾਲ ਹੋ ਜਾਂਦੀ ਹੈ। ਤਾਂ ਹੀ ਸਾਹਿਬ ਨੇ ਸਾਨੂੰ ਕੀਰਤਨ ਬਖਸ਼ਿਆ ਹੈ, ਤਾਂ ਕਿ ਅਸੀਂ ਮਨ ਨੂੰ ਸੌਖੇ ਤਰੀਕੇ ਇਕਾਗਰ ਕਰ ਸਕੀਏ ਸ਼ੁਰਤ ਸ਼ਬਦ ਨਾਲ। ਇਵੇਂ ਸਮਝ ਲਈਏ ਕਿ ਇਹ ਯੋਗ ਦੀ ਸਾਡੀ ਇੱਕ ਵਿਧੀ ਹੈ, ਇੱਕ ਧਿਆਨ ਦੀ ਵਿਧੀ ਹੈ ਸ਼ਬਦ ਦੇ ਨਾਲ ਮਿਲਣ ਦੀ। ਗੁਰੂ ਸਾਹਿਬ ਨੇ ਵੀ ਰਬਾਬ ਸ਼ਬਦ ਨੂੰ ਪ੍ਰਗਟ ਕਰਨ ਲਈ ਵਰਤੀ ਹੈ। ਇਸੇ ਤਰ੍ਹਾਂ ਸ਼ਬਦ ਜਿਹੜਾ ਅਸੀਂ ਗਾਉਂਦੇ ਹਾਂ ਕੀਰਤਨ ਦਾ, ਜੇ ਅਸੀਂ ਪੂਰੀ ਤਰ੍ਹਾਂ ਉਹਦੇ ਵਿੱਚ ਧਿਆਨ ਲਗਾ ਲਈਏ ਔਰ ਸਾਨੂੰ ਅਰਥ ਵੀ ਆਉਣ, ਤਾਂ ਇੱਕ ਮਨ ਨੂੰ ਉੱਪਰਲੀ ਅਵਸਥਾ ਵਿੱਚ ਲਿਜਾਣ ਲਈ ਇਹ ਬਹੁਤ ਸਹਿਯੋਗੀ ਹੈ, ਈਜ਼ੀ ਹੈ। ਅਸੀਂ ਜਿਹੜੀ ਗੱਲ ਵਿਚਾਰਦੇ ਹਾਂ ਉਹ ਨਾਦ ਦੀ ਗੱਲ ਵਿਚਾਰ ਰਹੇ ਹਾਂ ਕਿ ਗੁਰਮੁਖ ਜਿਹੜਾ ਹੈ, ਜਦੋਂ ਉਹਦਾ ਮਨ ਟਿਊਨ ਹੋ ਜਾਂਦਾ ਹੈ, ਇਸ ਤਰ੍ਹਾਂ ਹੀ ਮਨ ਉਹਦਾ, ਗੁਰਮੁਖ ਦਾ ਮਨ ਫਿਰ ਇਕਾਗਰ ਅਵਸਥਾ ਵਿੱਚ ਇੱਕ ਮਿਊਜ਼ਿਕ ਕ੍ਰੀਏਟ ਕਰਦਾ ਹੈ, ਇੱਕ ਹਾਰਮਨੀ ਕ੍ਰੀਏਟ ਕਰਦਾ ਹੈ। ਉਸ ਹਾਰਮਨੀ ਦੇ ਕਈ ਲੱਛਣ ਹਨ, ਆਨੰਦ ਹੈ, ਸਥਿਰਤਾ ਹੈ, ਵਿਗਾਸ ਹੈ,
ਆਜ਼ਾਦੀ ਹੈ, ਧਿਆਨ ਹੈ, ਸ਼ਬਦ ਦੇ ਵਿੱਚ ਧਿਆਨ ਹੈ। ਤਾਂ ਇਹ ਇੰਦਰਜੀਤ ਵੀਰ ਨੇ ਪਿਛਲੀ ਵਾਰ ਇੱਕ ਸ਼ਬਦ ਵਰਤਿਆ ਸੀ, ਸੁਖਮਨਾ ਨਾੜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਸੁਖਮਨਾ ਨਾੜੀ ਦਾ ਮੈਂਸ਼ਨ ਆਉਂਦਾ ਹੈ। ਯੋਗੀ ਇਸ ਦੀ ਗੱਲ ਚਲਾਉਂਦੇ ਹੈ। ਯੋਗ ਵਿੱਚ ਇਹ ਵਰਤੀ ਜਾਂਦੀ ਹੈ ਟਰਮੀਨੋਲੋਜੀ, ਈੜਾ, ਪਿੰਗਲਾ ਤੇ ਸੁਖਮਨਾ। ਸੁਖਮਨਾ ਤੋਂ ਭਾਵ ਹੈ ਕਿ ਆਨੰਦ ਦੀ ਅਵਸਥਾ, ਆਨੰਦ ਦੀ ਖੇੜੇ ਦੀ ਅਵਸਥਾ ਨੈਚੁਰਲੀ ਅਵੇਲੇਬਲ ਹੋ ਜਾਏ। ਇਹ ਅਵਸਥਾ ਜਿਹੜੀ ਹੈ ਕਿਸ ਤਰ੍ਹਾਂ ਦੀ, ਇੱਕ ਜਦੋਂ ਅੰਤਰ ਵਿੱਚ ਅਸੀਂ ਵਿਕਾਸ ਵਿੱਚ ਆਈਏ ਅਗਰ ਸਮਝੀਏ, ਆਨੰਦ ਵਿੱਚ ਆਈਏ ਅਗਰ ਸਮਝੀਏ, ਤੇ ਇੱਕ ਤਰ੍ਹਾਂ ਦੇ ਅਸੀਂ ਹਾਰਮਨੀ ਵਿੱਚ ਆ ਗਏ ਹਾਂ। ਮਿਊਜ਼ਿਕ ਜਿਹੜਾ ਹੈ ਉਹ ਹਾਰਮਨੀ ਗਿਫਟ ਦਿੰਦਾ ਹੈ ਸਾਨੂੰ। ਔਰ ਨਾਦ ਦੀ ਵੀ ਕਈ ਡਾਇਮੈਂਸ਼ਨਸ ਹਨ। ਬਿਨਾਂ ਸਾਊਂਡ ਦੇ ਵੀ ਨਾਦ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹਦੀ ਗੱਲ ਚਲਦੀ ਹੈ, ਅਨਹਦ ਨਾਦ, ਬਿਨਾਂ ਸੋਰਸ ਦੇ ਸਾਊਂਡ। ਨਾਰਮਲੀ ਸਾਊਂਡ ਦੋ ਚੀਜ਼ਾਂ ਤੋਂ ਤੇ ਮਿਲਣ ਨਾਲ ਆਉਂਦੀ ਹੈ, ਪਰ ਇਹ ਜਿਹੜੀ ਸਾਊਂਡ ਹੈ ਇਹ ਵਿਦਆਊਟ ਸੋਰਸ ਹੈ। ਸਾਹਿਬ ਸਾਨੂੰ ਕਹਿ ਰਹੇ ਹਨ ਕਿ ਗੁਰਮੁਖ ਦੀ ਅਵਸਥਾ ਵਿੱਚ ਨਾਦ ਨੈਚੁਰਲੀ ਐਗਜ਼ਿਸਟ ਕਰਦਾ ਹੈ, ਔਰ ਇਹ ਸਾਰੀ ਦੁਨੀਆ ਦੇ ਮਿਊਜ਼ਿਕ ਦਾ ਅੰਤ ਹੈ। ਸਾਰਾ ਦੁਨੀਆ ਦੀ ਮਿਊਜ਼ਿਕ ਇਸੇ ਨਾਦ ਨੂੰ ਲੱਭ ਰਿਹਾ ਹੈ। ਜਿਤਨੀ ਵੀ ਹਾਰਮਨੀ ਹੈ, ਜਿਤਨਾ ਵੀ ਮਿਊਜ਼ਿਕ ਹੈ, ਉਹ ਇਸ ਤੋਂ ਉਤਰ ਰਿਹਾ ਹੈ, ਇਸ ਅਵਸਥਾ ਤੋਂ, ਔਰ ਇਸੇ ਅਵਸਥਾ ਨੂੰ ਸੀਖ ਕਰ ਰਿਹਾ ਹੈ। ਜਦੋਂ ਪੂਰਾ ਮਨ ਇਕਾਗਰ ਹੋ ਜਾਏ, ਆਨੰਦ ਵਿੱਚ ਹੋ ਜਾਏ, ਤਾਂ ਸ਼ਾਂਤੀ ਵੀ ਆਉਂਦੀ ਹੈ, ਸਥਿਰਤਾ ਆਉਂਦੀ ਹੈ, ਸੰਤੋਖ ਆਉਂਦਾ ਹੈ, ਵਿਸਰਾਮ ਆਉਂਦਾ ਹੈ। ਅਸਲ ਵਿਸਰਾਮ ਐਸੇ ਅਵਸਥਾ ਵਿੱਚ ਹੈ, ਔਰ ਐਸੇ ਵਿਸਰਾਮ ਨੂੰ ਅਸੀਂ ਨੀਂਦ ਵਿੱਚ ਵੀ ਲੈਂਦੇ ਹਾਂ, ਬਹੁਤ ਥੋੜਾ ਲੈਂਦੇ ਹਾਂ। ਪੂਰੇ 8 ਘੰਟੇ ਦੀ ਨੀਂਦਰ ਵਿੱਚ ਕੁਝ ਸੈਕਿੰਡ ਉਸ ਅਵਸਥਾ ਵਿੱਚ ਅਸੀਂ ਚਲੇ ਜਾਂਦੇ ਹਾਂ, ਜਿੱਥੋਂ ਮਨ ਐਨਰਜਾਈਜ਼ ਹੋ ਜਾਂਦਾ ਹੈ, ਹਾਰਮਨੀ ਵਿੱਚ ਆ ਜਾਂਦਾ ਹੈ, ਲੈਅ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਸਾਰੇ ਜੁੜੇ ਹੋਏ ਹਾਂ, ਕਿਉਂਕਿ ਮਨ ਦੀ ਸ਼ਕਤੀ ਇਕਾਗਰ ਅਵਸਥਾ ਵਿੱਚ ਆਏਗੀ ਤਾਂ ਹੀ ਅਸੀਂ ਜੀ ਪਾਵਾਂਗੇ। ਇਨਸਾਨ ਕਈ ਦਿਨ ਭੁੱਖਾ ਰਹਿ ਸਕਦਾ ਹੈ, ਕੁਝ ਦਿਨ ਪਿਆਸਾ ਵੀ ਰਹਿ ਸਕਦਾ ਹੈ, ਪਰ ਨੀਂਦ ਦੇ ਬਿਨਾਂ ਜ਼ਿਆਦਾ ਦੇਰ ਨਹੀਂ ਰਹਿ ਸਕਦਾ। ਔਰ ਉਹ ਮਨ ਜਿਹੜਾ ਇਕਾਗਰ ਹੋਏ, ਉਹ ਫਿਰ ਐਸੇ ਅਵਸਥਾ ਤੋਂ ਸਮਝ ਲਓ ਅੰਮ੍ਰਿਤ ਲੈਂਦਾ ਹੈ। ਉਹਨੂੰ ਫਿਰ ਨੀਂਦਰ ਦੀ ਇੰਨੀ ਲੋੜ ਨਹੀਂ ਪੈਂਦੀ, ਕਿਉਂਕਿ ਇਕਾਗਰ ਅਵਸਥਾ ਵਿੱਚ ਉਹ ਸ਼ਕਤੀ ਲੈਂਦਾ ਹੈ। ਗੁਰੂ ਸਾਹਿਬ ਕਹਿ ਰਹੇ ਹਨ, ਗੁਰਮੁਖ ਜਿਹੜਾ ਹੈ ਉਹ ਨਾਦ ਦਾ ਅੰਤ ਹੈ, ਔਰ ਇਹੀ ਸਾਰੀ ਸ੍ਰਿਸ਼ਟੀ ਦਾ ਗਿਆਨ ਵੀ ਹੈ। ਗੁਰਮੁਖ ਵੇਦਨ, ਉਸ ਨੂੰ ਹੁਣ ਸਭ ਗਿਆਨ ਹੋ ਗਿਆ ਕਿ ਮਨ ਦੀ ਅਵਸਥਾ ਕੀ ਹੈ, ਮਨ ਦੀ ਕਿਹੜੀ ਅਵਸਥਾ ਖੇੜੇ ਵਾਲੀ ਹੈ, ਆਨੰਦ ਵਾਲੀ ਹੈ, ਮਨ ਵਿੱਚ ਝੂਠ ਕੀ ਹੈ, ਦੁਨੀਆ ਦਾ ਸੱਤ ਕੀ ਹੈ। ਇਹਦੇ ਵਿੱਚ ਡੂੰਘਾ ਜਾਂਦਾ ਜਾਏਗਾ ਗੁਰਮੁਖ, ਔਰ ਆਪਣੇ ਆਪ ਗਿਆਨ ਆ ਜਾਏਗਾ। ਇਹ ਗਿਆਨ ਉਸ ਤਰ੍ਹਾਂ ਦਾ ਨਹੀਂ ਹੈ ਕਿ ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ। ਹਾਂ, ਕਿਤਾਬ ਵਿੱਚ ਪੜ੍ਹ ਕੇ ਮੈਂ ਰਿਲੇਟ ਕਰ ਸਕਦਾ ਉਹਦੇ ਨਾਲ, ਪਰ ਜਿਹੜੀ ਚੀਜ਼ ਐਕਸਪੀਰੀਐਂਸ਼ੀਅਲ ਹੁੰਦੀ ਹੈ, ਜਿਹੜੀ ਚੀਜ਼ ਐਕਸਪੀਰੀਅੰਸ ਕਰਕੇ ਮੇਰੇ ਕੋਲ ਆਉਂਦੀ ਹੈ, ਉਹਦਾ ਪੜ੍ਹਿਆ ਜਾਂ ਨਾ ਪੜ੍ਹਿਆ ਵੈਲਿਊ ਨਹੀਂ ਰੱਖਦਾ। ਫਿਰ ਮੈਂ ਉਸ ਅਵਸਥਾ ਨੂੰ ਅਗਰ ਜਾਣ ਲਿਆ ਤਾਂ ਉਸ ਨੂੰ ਮੈਂ ਹੁਣ ਜਾਣ ਲਿਆ, ਐਕਸਪੀਰੀਅੰਸ ਕਰ ਲਿਆ, ਬੁੱਝ ਲਿਆ। ਹੁਣ ਉਹ ਮੈਂਟਲ ਪਲੇਨ ਤੇ ਭਾਵੇਂ ਉਸ ਨੂੰ ਮੈਂ ਸਮਝਾ ਸਕਾਂ, ਸਮਝ ਸਕਾਂ ਕਿ ਨਹੀਂ, ਪਰ ਉਸ ਅਵਸਥਾ ਵਿੱਚ ਮੈਂ ਲੀਨ ਹੋ ਸਕਦਾ ਹਾਂ। ਇਹੀ ਵੱਡੀ ਗੱਲ ਹੈ। ਜਦੋਂ ਆਨੰਦ ਦੇ ਦਰਸ਼ਨ
ਜੀਵਨ ਦਾ ਸਾਥ ਹੋ ਜੇ ਤਾਂ ਜੀਵਨ ਇੱਕ ਖੇੜੇ ਰੂਪੀ ਲਹਿਰ ਵਿੱਚ ਚੱਲਦਾ ਹੈ, ਜਿਹੜੀ ਸਾਡੇ ਤੋਂ ਕੋਈ ਲੈ ਨਹੀਂ ਸਕਦਾ, ਗੁਰੂ ਸਾਹਿਬ ਕਹਿੰਦੇ ਹਨ। ਕਿਉਂਕਿ ਗੁਰੂ ਮਹਾਰਾਜ ਨੇ ਸਦਾ ਸ਼ਬਦ ਕਈ ਵਾਰੀ ਵਰਤਿਆ ਨਾਲ ਬਾਣੀ ਦੇ ਵਿੱਚ, ਔਰ ਇਹ ਸ਼ਬਦ ਬਹੁਤ ਕੁਝ ਇੰਪਲਾਈ ਕਰਦਾ ਹੈ। ਸਦਾ ਉਹ ਹੈ ਜਿਹੜਾ ਸਮੇਂ ਵਿੱਚ ਸਾਡੇ ਤੋਂ ਕੋਈ ਨਹੀਂ ਲੈ ਸਕਦਾ, ਕਿਸੇ ਕਾਰਨ ਕਰਕੇ ਨਹੀਂ ਲੈ ਸਕਦਾ। ਕੋਈ ਵੀ ਕਾਰਨ ਹੋ ਜੇ, ਇਹ ਅਵਸਥਾ ਹਾਜ਼ਰ ਰਹੇਗੀ ਜਿਸ ਇਨਸਾਨ ਨੂੰ ਇਹ ਪ੍ਰਾਪਤ ਹੋ ਜਾਏਗੀ। ਤਾਂ ਮਹਾਰਾਜ ਸਾਨੂੰ ਇੱਕ ਬੜੀ ਅਧਿਆਤਮ ਦੀ ਉੱਚੀ ਅਵਸਥਾ ਦੇ ਦਰਸ਼ਨ ਕਰਾ ਰਹੇ ਹਨ। ਗੁਰਮੁਖ ਨਾਦੰ ਗੁਰਮੁਖ ਵੇਦੰ, ਔਰ ਫਿਰ ਕਹਿੰਦੇ ਨੇ ਕਿ ਗੁਰਮੁਖ ਰਿਹਾ ਸਮਾਈ। ਉਸ ਸ਼ਬਦ ਦੇ ਵਿੱਚ, ਨਿਰੰਕਾਰ ਦੇ ਵਿੱਚ ਗੁਰਮੁਖ ਸਮਾਇਆ ਹੈ, ਗੁਰਮੁਖ ਦੇ ਵਿੱਚ ਨਿਰੰਕਾਰ ਸਮਾਇਆ ਹੈ। ਦੋਨੋਂ ਇੱਕੋ ਗੱਲਾਂ ਆ ਜਾਂਦੀਆਂ ਹਨ। ਕਿਉਂਕਿ ਦਰਅਸਲ ਜਦੋਂ ਮਨ ਹਾਰਮਨੀ ਵਿੱਚ ਹੁੰਦਾ ਹੈ, ਮਨ ਸੰਤੋਖ ਵਿੱਚ ਵੀ ਆ ਜਾਂਦਾ ਹੈ। ਉਦੋਂ ਮਨ ਅਬਜ਼ੌਰਬ ਵੀ ਕਰਦਾ ਹੈ, ਤਾਂ ਸੁਣਨ ਦੀ ਬਿਰਤੀ ਰੱਖਦਾ ਹੈ। ਸੁਣਨ ਨਾਲ ਹੋਰ ਇਕਾਗਰ ਹੁੰਦਾ ਹੈ। ਤੇ ਜਦੋਂ ਅਸੀਂ ਸੁਣਦੇ ਹਾਂ ਸ੍ਰਿਸ਼ਟੀ ਵਿੱਚ ਜਿਹੜੀ ਹਾਰਮਨੀ, ਜਿਹੜੀ ਲੈਅ ਚੱਲਦੀ ਹੈ, ਤਾਂ ਅਸੀਂ ਜੁੜ ਜਾਂਦੇ ਹਾਂ ਇਸ ਸਾਰੀ ਕ੍ਰੀਏਸ਼ਨ ਦੇ ਨਾਲ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਤਾਂ ਇਹ ਅਵਸਥਾ ਜਿਹੜੀ ਸਾਹਿਬ ਦੱਸ ਰਹੇ ਹਨ, ਸਾਨੂੰ ਆਦੇਸ਼ ਕਰ ਰਹੇ ਹਨ ਕਿ ਗਾਣ ਨਾਲ, ਹਜ਼ੂਰੀ ਨਾਲ, ਧਿਆਨ ਨਾਲ, ਸ਼ਬਦ ਦੇ ਧਿਆਨ ਨਾਲ ਇਹ ਅਵਸਥਾ ਨਦਰ ਜ਼ਰੀਏ ਸਾਨੂੰ ਹਾਜ਼ਰ ਹੋ ਸਕਦੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਬਰਮਾ ਗੁਰ ਪਾਰਬਤੀ ਮਾਈ। ਤਾਂ ਇਹ ਜਿਹੜੀ ਹੁਣ ਇਹ ਗੱਲ ਸਾਹਿਬ ਨੇ ਕੀਤੀ ਹੈ ਸਾਡੇ ਨਾਲ ਕਿ ਇਹਦਾ ਹੁਣ ਦੋ ਅਰਥ ਬਣ ਜਾਂਦੇ ਆ ਇੱਥੇ। ਇੱਕ ਅਰਥ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਿਵ, ਬ੍ਰਹਮਾ, ਵਿਸ਼ਨੂੰ ਉਹ ਸਭ ਗੁਰੂ ਹੀ ਹੈ। ਇਹ ਤਿੰਨ ਨਹੀਂ ਹਨ, ਉਹ ਇੱਕ ਗੁਰੂ ਨੂੰ ਹੀ ਜਾਣਦਾ ਹੈ। ਉਸ ਗੁਰੂ ਦੇ ਨਾਲ, ਉਸ ਗੁਰੂ ਦੇ ਕਰਕੇ ਉਹ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਤਾਂ ਇਹਦੇ ਇੱਕ ਅਰਥ ਇਹ ਬਣਦਾ ਹੈ। ਮਹਾਨ ਕੋਸ਼ ਦੇ ਵਿੱਚ ਕੁਝ ਹੋਰ ਵੀ ਸਮਝਾਇਆ ਗਿਆ ਹੈ। ਈਸ਼ਵਰ ਵੀ ਉਹੀ ਹੈ, ਗੋਰਖ ਬਰਮਾ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸ਼ਿਵ, ਵਿਸ਼ਨੂੰ, ਬ੍ਰਹਮਾ, ਇਹ ਤਿੰਨੋਂ ਇੱਕੋ ਹੀ ਗੁਰੂ ਨੇ, ਗੁਰੂ ਹੀ ਹਨ। ਜੋ ਦੂਸਰੇ ਅਰਥ ਭਾਈ ਕਾਹਨ ਸਿੰਘ ਨਾਭਾ ਜੀ ਵੀ ਸਮਝਾਉਂਦੇ ਹਨ, ਉਹ ਗੋਰਖ ਦੇ ਜਿਹੜੇ ਅਰਥ ਨੇ, ਉਹ ਕਹਿੰਦੇ ਨੇ ਕਿ ਇਹ ਜਿਹੜੀ ਇੰਦਰੀਆਂ ਨੇ, ਇਹ ਇੰਦਰੀਆਂ ਦਾ ਰਕਸ਼ਕ ਆਤਮਾ। ਇਹਦੇ ਮਤਲਬ ਉਹ ਦਸਮ ਦੁਆਰ ਦੀ ਗੱਲ ਕਰਦੇ ਪਏ ਹੈ। ਇਹ ਕਹਿ ਰਹੇ ਨੇ ਕਿ ਸਰੀਰ ਉੱਪਰ ਜਿਹੜਾ ਦਸਮ ਦੁਆਰ ਹੈ, ਉੱਥੇ ਮੈਂ ਪਹੁੰਚ ਗਿਆ। ਤਾਂ ਜਿਹੜੀ ਇੰਦਰੀਆਂ ਹਨ, ਹੁਣ ਉਹਨਾਂ ਦਾ ਮੇਰੇ ਤੇ ਵਸ ਨਹੀਂ ਚੱਲਦਾ। ਤਾਂ ਇੱਕ ਅਵਸਥਾ ਦੀ ਗੱਲ ਛੇੜ ਰਹੇ ਹਨ ਕਿ ਅਸੀਂ ਜਦੋਂ ਇਹਨਾਂ ਇੰਦਰੀਆਂ ਤੋਂ ਪਰੇ ਹੋ ਜਾਂਦੇ ਹਾਂ, ਤਾਂ ਉਹ ਦਸਮ ਦੁਆਰ ਵੀ ਉਨਮਨ ਅਵਸਥਾ ਦੇ ਵੱਲ ਹੀ ਇਸ਼ਾਰਾ ਕਰਦਾ ਹੈ। ਗੁਰਮੁਖ ਗੁਰ ਈਸਰ ਜਿਹੜਾ ਹੈ, ਈਸ਼ਵਰ ਵੀ ਉਹੀ ਹੈ। ਗੋਰਖ ਜਿਹੜਾ ਹੈ ਗੁਰੂ, ਇਹ ਦਸਮ ਦੁਆਰ 'ਚ ਬੈਠਾ ਹੈ। ਇਹਦੇ ਦਰਸ਼ਨ ਜਦੋਂ ਮੈਨੂੰ ਹੋ ਰਹੇ ਨੇ, ਤਾਂ ਉਹਦੇ ਨਾਲ ਮੈਨੂੰ ਬਰਮਾ ਸ਼ਬਦ ਭਾਈ ਕਾਹਨ ਸਿੰਘ ਜੀ ਨੇ ਸਮਝਾਇਆ ਹੈ ਕਿ ਕਵਚ ਦੀ ਤਰ੍ਹਾਂ ਹੋ ਜਾਂਦਾ ਹੈ, ਮੇਰੀ ਪ੍ਰੋਟੈਕਸ਼ਨ ਹੋ ਜਾਂਦੀ ਹੈ। ਹੁਣ
ਇਹ ਜਿਹੜੀ ਮੈਂ ਦਸਮ ਦੁਆਰ 'ਚ ਬੈਠਾ ਵਾਂ, ਇਹ ਮੈਨੂੰ ਦੁੱਖ ਸੁੱਖ ਤੋਂ, ਐਕਸ਼ਨ ਰਿਐਕਸ਼ਨ ਤੋਂ, ਇਹਨਾਂ ਸਭ ਤੋਂ ਫਰੀ ਰੱਖਦਾ ਹੈ। ਜਦੋਂ ਦਸਮ ਦੁਆਰ ਦੇ ਵਿੱਚ ਹਜ਼ੂਰੀ ਹੋ ਜਾਏ ਕਿਸੇ ਦੀ, ਤਾਂ ਉਹਦੇ ਕਰਮ ਇੱਕ ਤਰ੍ਹਾਂ ਨਾਲ ਕਰਮ ਤੋਂ ਆਜ਼ਾਦ ਹੋ ਜਾਂਦਾ ਹੈ। ਇਸ ਅਵਸਥਾ ਦੇ ਵਿੱਚ ਤਾਂ ਇੱਕ ਪ੍ਰੋਟੈਕਸ਼ਨ ਹੋ ਗਈ। ਜੇ ਕੁਛ ਵੀ ਨਾ ਰਿਹਾ ਤਾਂ ਇਹ ਰਹੇਗਾ, ਇਹ ਵੀ ਇੱਕ ਦਰਸ਼ਨ ਹੋ ਗਏ। ਪਾਰਬਤੀ ਮਾਈ, ਇਹ ਜਿਹੜੀ ਪਰਬਤ ਵਰਗੀ ਮਾਈ ਹੈ, ਪਰਬਤ ਵਰਗੀ ਮੁਸ਼ਕਿਲਾਂ ਨੇ, ਇਹ ਗੁਰੂ ਨੇ ਹੁਣ ਇਹਦੇ ਪਾਰ ਮੈਨੂੰ ਲੈ ਗਏ ਹਨ। ਗੁਰੂ ਜਿਹੜਾ ਹੈ ਉਹ ਪਰਬਤਾਂ ਤੋਂ, ਮਾਇਆ ਤੋਂ ਪਰੇ ਲੈ ਗਏ ਹਨ। ਇਹ ਇੰਟਰਸਟਿੰਗ ਜੀ ਡੈਫੀਨੇਸ਼ਨ ਭਾਈ ਕਾਹਨ ਸਿੰਘ ਜੀ ਨੇ ਦਿੱਤੀ ਹੈ। 1930 ਵਿੱਚ ਰਮਾਨ ਕੋਸ਼ ਲਿਖਿਆ ਸੀ, ਤੇ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਹਨ ਉਹ, ਕਿ ਗੁਰੂ ਜਨ ਸਾਨੂੰ ਪਰਬਤਾਂ ਰੂਪੀ ਇਸ ਮਾਇਆ ਤੋਂ ਪਰੇ ਲੈ ਗਏ ਹਨ। ਇਹ ਅਵਸਥਾ ਜਿਹੜੀ ਹੈ ਇਹ ਕਿੱਥੋਂ ਆਏਗੀ, ਇਹ ਸਾਨੂੰ ਪਹਿਲੇ ਸਾਹਿਬ ਸਮਝਾ ਗਏ ਹਨ। ਫਿਰ ਉਹ ਦੌੜਾ ਰਹੇ ਨੇ ਮਨ ਨੂੰ ਸਾਡੇ, ਕਹਿੰਦੇ ਨੇ ਗੁਰਾ ਇੱਕ ਦੇ ਬੁਝਾਈ, ਜੈ ਹੋ ਜਾਣਾ। ਪਹਿਲਾਂ ਇਸ ਤੋਂ ਇੱਕ ਲਾਈਨ ਭੁੱਲ ਗਿਆ ਮੈਂ, ਜੈ ਹੋ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਈ। ਇਹਦੇ ਦੋ ਅਰਥ ਬਣਦੇ ਕਿ ਜੇ ਮੈਂ ਜਾਣਦਾ ਹਾਂ ਤਾਂ ਵੀ ਮੈਂ ਨਹੀਂ ਕਹਿ ਸਕਦਾ। ਇਹ ਕਦੇ ਇਹ ਵੀ ਅਰਥ ਬਣਦੇ ਹੈ ਕਿ ਜੇ ਹਉ ਵਿੱਚ ਰਹਿੰਦਾ ਹਾਂ, ਹਉਮੈ ਵਿੱਚ ਰਹਿੰਦਾ ਹਾਂ, ਤਾਂ ਨਹੀਂ ਜਾਣਦਾ ਹਾਂ, ਤਾਂ ਆਖ ਵੀ ਨਹੀਂ ਸਕਦਾ। ਜੋ ਵੀ ਕਹਿ ਰਹੇ ਹਨ ਸਾਹਿਬ ਕਿ ਇਸ ਅਵਸਥਾ ਦੀ ਗੱਲ ਜਦੋਂ ਕਰਦੇ ਹਨ, ਤਾਂ ਮਹਾਰਾਜ ਕਹਿ ਰਹੇ ਹੈ ਕਿ ਮੈਂ ਜੇ ਜਾਣਦਾ ਹਾਂ ਤਾਂ ਵੀ ਕੁਝ ਗੱਲ ਨਹੀਂ ਇਹਦੇ ਬਾਰੇ ਕਰ ਸਕਦਾ। ਇਹ ਹੁਣ ਜਿਵੇਂ ਬੰਦਰ ਕਹਿ ਜਾਣੇ ਅਦਰਕ ਕਾ ਸਵਾਦ, ਕੁਝ ਇਹੋ ਜਿਹੀ ਗੱਲ ਹੈ। ਕਹੇ ਸੁਣੇ ਇਹਦਾ ਐਕਸਪੀਰੀਅੰਸ ਨਹੀਂ ਹੋ ਸਕਦਾ, ਇਹਨੂੰ ਕਮਾਇਆ ਜਾ ਸਕਦਾ ਹੈ, ਇਹਨੂੰ ਬੁੱਝਿਆ ਜਾ ਸਕਦਾ ਹੈ। ਬੁੱਝਣ ਦਾ ਅਰਥ ਕੀ ਹੈ? ਗੁਰਾ ਇੱਕ ਦੇ ਬੁਝਾਈ। ਬੁੱਝਦਾ ਉਹ ਹੈ ਜਿਹੜਾ ਟੁਰ ਗਿਆ, ਸ਼ਬਦ ਜਿਹਦੇ ਪ੍ਰਸ਼ਨ ਗਿਰ ਗਏ, ਜਿਹਨੇ ਸੁਣਨਾ ਸ਼ੁਰੂ ਕਰ ਦਿੱਤਾ ਔਰ ਗਾਣਾ ਸ਼ੁਰੂ ਕਰ ਦਿੱਤਾ, ਜਿਹਦਾ ਮਨ ਇਕਾਗਰ ਹੋ ਗਿਆ ਸ਼ਬਦ ਦੇ ਵਿੱਚ, ਜਿਹਦੇ ਵਿੱਚ ਪ੍ਰੇਮ ਜਗ ਗਿਆ। ਜਦੋਂ ਇੱਕ ਵਾਰ ਪ੍ਰੇਮ ਜਗ ਜਾਏ ਤਾਂ ਫਿਰ ਮੇਰੇ ਮਨ ਨੂੰ ਸ਼ਾਂਤ ਕਰਨਾ ਮੇਰੇ ਲਈ ਸੌਖਾ ਹੋ ਜਾਂਦਾ ਹੈ। ਇਹ ਪ੍ਰੇਮ ਜਿਵੇਂ ਇੱਕ ਚਾਬੀ ਹੋਈ ਇਸ ਸ੍ਰਿਸ਼ਟੀ ਦੇ ਭੇਦ ਖੋਲਣ ਵਾਸਤੇ। ਪ੍ਰੇਮ ਉਹੋ ਜਿਹਾ ਨਹੀਂ ਕਿ ਕਿਸੇ ਕਾਰਨ ਕਰਕੇ ਪ੍ਰੇਮ, ਇਹ ਸੱਤ ਦੀ ਭਾਲ ਦਾ ਪ੍ਰੇਮ ਹੈ। ਇੱਕ ਜਿਗਿਆਸੂ ਦੀ ਤਾਂਘ ਹੈ ਇੱਕ ਅਵਸਥਾ ਵਾਸਤੇ, ਉਹਦੀ ਪ੍ਰੇਮ ਦੀ ਪੁਕਾਰ ਹੈ ਗੁਰੂ ਅੱਗੇ, ਇੱਕ ਅਰਦਾਸ ਹੈ। ਇਹ ਜਦੋਂ ਸਿੱਖ ਗੁਰੂ ਦੇ ਨਾਲ ਬੈਠ ਕੇ ਸ਼ਾਂਤ ਮਨ ਵਿੱਚ ਕੁਛ ਦੇਰ ਬੈਠ ਹੀ ਜਾਂਦਾ ਹੈ, ਤਾਂ ਗੁਰੂ ਨਾਲ ਇੱਕ ਮਨ ਹੋ ਜਾਂਦਾ ਹੈ। ਫਿਰ ਆਪਣਾ ਮਨ ਗਿਰ ਜਾਂਦਾ ਹੈ, ਗੁਰੂ ਦਾ ਔਰ ਸਿੱਖ ਦਾ ਮਨ ਇਕਾਗਰ ਇੱਕ ਅਵਸਥਾ ਹੋ ਜਾਂਦੀ ਹੈ। ਇੱਥੇ ਅਸੀਂ ਸ਼ਬਦ ਨੂੰ ਗੁਰੂ ਜਾਣਦੇ ਹਾਂ, ਤਾਂ ਮਨ ਵਿੱਚ ਸਿਰਫ ਸ਼ਬਦ ਹੀ ਰਹਿੰਦਾ ਹੈ, ਹੋਰ ਵਿਚਾਰ ਨਹੀਂ ਰਹਿੰਦੇ ਹਨ। ਜਾਂ ਫਿਰ ਮਨ ਇੱਕ ਨਾਦ ਵਿੱਚ, ਆਨੰਦ ਦੇ ਨਾਦ ਵਿੱਚ, ਦਰਸ਼ਨ ਵਿੱਚ ਬੈਠਦਾ ਹੈ, ਜਿਹਦੇ ਚ ਉਡਾਰੀ ਮਾਰਦਾ ਹੈ, ਅਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ। ਤਾਂ ਮਹਾਰਾਜ ਕਹਿੰਦੇ ਨੇ ਗੁਰਾ ਇੱਕ ਦੇ ਬੁਝਾਈ, ਮੈਨੂੰ ਇਹ ਬੁੱਝ ਜਾਏ। ਜਿਵੇਂ ਕਿਸੇ ਸਪੌਂਜ ਦੇ ਅੰਦਰ ਪਾਣੀ ਚਲਾ ਜਾਂਦਾ ਹੈ, ਇਵੇਂ ਮੇਰੇ ਰੂਹ ਦੇ ਅੰਦਰ ਇਹ ਗੱਲ ਪ੍ਰਵੇਸ਼ ਕਰ ਜੇ, ਮੇਰੇ ਰੋਮ ਰੋਮ ਵਿੱਚ ਇਹ ਗਿਆਨ ਹੋ ਜੇ, ਮੇਰਾ
ਸਾਰਾ ਧਿਆਨ ਇਸ ਅਵਸਥਾ ਵੱਲ ਰਹੇ। ਕਿਹੜੀ ਅਵਸਥਾ ਵੱਲ? ਸਭਨਾ ਜੀਆਂ ਕਾ ਇੱਕ ਦਾਤਾ। ਮਹਾਰਾਜ ਕਹਿ ਰਹੇ ਨੇ ਕਿ ਸਾਰੇ ਜੀਆਂ ਦਾ ਦਾਤਾ ਇੱਕੋ ਹੀ ਹੈ। ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਆਪਣੇ ਆਪ ਸਾਨੂੰ ਦੱਸ ਰਹੇ ਹਨ ਕਿ ਮੇਰੇ ਮਨ ਨੂੰ ਮੈਂ ਦੱਸਣਾ ਹੈ ਕਿ ਮੈਂ ਇਹਨੂੰ ਨਾ ਵਿਸਰਾਂ। ਇਸ ਅਵਸਥਾ ਨੂੰ ਮੈਂ ਵਿਸਾਰ ਨਾ ਦਿਆਂ, ਮੈਂ ਭੁੱਲਾ ਨਾ ਦਿਆਂ। ਦੁਨੀਆ ਦੇ ਸ਼ੋਰ ਵਿੱਚ ਮਨ ਦੀ ਇਕਾਗਰਤਾ ਨੂੰ ਔਰ ਸ਼ਬਦ ਨੂੰ ਸੰਭਾਲ ਕੇ ਦੁਨੀਆ ਚੋਂ ਲੰਘਾਂ। ਐਵੇਂ ਫਿਰ ਮਨ ਨਿਰਲੇਪ ਜਾਏਗਾ। ਐਵੇਂ ਮਨ ਕਮਲ ਦੀ ਤਰ੍ਹਾਂ ਰਹੇਗਾ। ਚਿੱਕੜ ਵਿੱਚ ਰਹਿੰਦਾ ਹੋਇਆ ਵੀ ਸ਼ੁੱਧ ਰਹੇਗਾ। ਐਵੇਂ ਮਨ ਆਨੰਦ ਦੇ ਦਰਸ਼ਨ ਵਿੱਚ ਰਹੇਗਾ। ਖਿੰਡਾਓ ਦੇ ਵਿੱਚ ਵੈਰ ਵਿਰੋਧ ਆਲੇ ਦੁਆਲੇ ਹੁੰਦੇ ਹੋਏ ਵੀ ਮਨ ਐਸੀ ਅਵਸਥਾ ਵਿੱਚ ਰਹੇਗਾ ਕਿ ਇਸ ਸਾਰੇ ਤੋਂ ਦੂਰ ਹੈ। ਇਹਦੇ ਵਿੱਚ ਰਹਿੰਦਾ ਹੋਇਆ ਇਹਦੇ ਤੋਂ ਉੱਪਰ ਹੈ। ਦਰਅਸਲ ਟੈਸਟ ਵੀ ਗੁਰਮੁਖ ਦਾ ਇਹੀ ਹੈ। ਜਦੋਂ ਅਸੀਂ ਸ਼ਾਂਤ ਇਕੱਲੇ ਰਹਿ ਕੇ ਹੋ ਜਾਂਦੇ ਹਾਂ, ਕਈ ਵਾਰ ਉਹ ਧੋਖਾ ਹੁੰਦਾ ਹੈ। ਫਰਜ਼ ਕਰੋ ਆਪ ਨੂੰ ਲੱਗਿਆ ਕਿ ਅਸੀਂ ਬੜੇ ਸ਼ਾਂਤ ਹੋ ਗਏ ਹਾਂ, ਪਰ ਕਿਸੇ ਦੂਸਰੇ ਦੇ ਵਿੱਚ ਆਉਣ ਵਿੱਚ, ਜਿਹਦੇ ਨਾਲ ਸਾਡਾ ਵੈਰ ਵਿਰੋਧ ਹੋਏ, ਅਗਰ ਉਸ ਨੂੰ ਸਾਹਮਣੇ ਦਰਸ਼ਨ ਕਰ ਦਈਏ ਤਾਂ 1 ਸੈਕਿੰਡ ਵਿੱਚ ਚਿੰਗਾਰੀ ਭਟਕਦੀ ਹੈ ਮਨ ਦੀ। ਤਾਂ ਮਨ ਦਾ ਸੱਤ ਵੀ ਇਹੀ ਹੈ ਕਿ ਜਦੋਂ ਇਕਾਗਰ ਹੋਏਗਾ ਤਾਂ ਉਹ ਬੜੇ ਭਰੇ ਬਾਜ਼ਾਰ ਵਿੱਚ ਸ਼ਾਂਤ ਰਹੇਗਾ। ਇਹ ਇੱਕ ਗੁਰਮੁਖ ਦੀ ਕਮਾਈ ਅਵਸਥਾ ਹੈ। ਔਰ ਅਗਰ ਇਕਾਗਰ ਨਹੀਂ ਰਹਿ ਸਕ ਰਿਹਾ ਤਾਂ ਕੁਝ ਕਮਾਈ ਦੀ ਘਾਟ ਹੈ। ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਭਾਈ ਆ ਰਹੇ ਹਨ ਗੁਰਾ ਇੱਕ ਦੇ ਬੁਝਾਈ। ਇਹ ਬੁਝ ਜਾਏ ਮੇਰੇ ਮਨ ਨੂੰ, ਇਹ ਗਿਆਨ ਮੇਰੇ ਅੰਤਰ ਵਿੱਚ ਆ ਜਾਏ, ਤਾਂ ਕਿ ਮੈਨੂੰ ਜਦੋਂ ਉਤਾਰ ਚੜਾਵ ਜੀਵਨ ਵਿੱਚ ਆਏ ਇਹ ਗਿਆਨ ਵਿੱਚ ਗਾਈਡ ਕਰਦਾ ਰਹੇ ਮੈਨੂੰ। ਅਨੇਕਾਂ ਹੀ ਵਿਘਨ ਆਉਂਦੇ ਨੇ ਦੁਨੀਆ ਵਿੱਚ, ਅਨੇਕਾਂ ਹੀ ਵਿਘਨ ਆਉਂਦੇ ਨੇ ਜੀਵਨ ਵਿੱਚ, ਪਰ ਅਗਰ ਅੰਤਰ ਵਿੱਚ ਗਿਆਨ ਹੋਏ ਤਾਂ ਇਹਨਾਂ ਅਵਸਥਾ ਤੋਂ ਉਲਝ ਕੇ ਵੀ ਆਪਣੇ ਆਪ ਨੂੰ ਲੇਪ ਰੱਖ ਸਕਦਾ ਮਨ। ਇਹ ਸਭ ਕੁਝ ਮੈਨੂੰ ਸਮਝਾਇਆ, ਮੈਨੂੰ ਇਹਦਾ ਗਿਆਨ ਨਹੀਂ ਹੈ। ਮਹਾਰਾਜ ਕਹਿ ਰਹੇ ਹਨ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪਣੇ ਮਨ ਨੂੰ ਸਮਝਾ ਰਹੇ ਹਨ ਕਿ ਇਹਨੂੰ ਨਹੀਂ ਭੁੱਲਣਾ ਹੈ। ਇਸ ਅਵਸਥਾ ਦੇ ਵਿੱਚ, ਇਸ ਅਵਸਥਾ ਨੂੰ ਕਿ ਗੁਰੂ ਇੱਕੋ ਹੀ ਹੈ, ਇਸ ਨੂੰ ਇਕਾਗਰ ਮਨ ਵਿੱਚ ਜਦੋਂ ਧਿਆਨ ਵਿੱਚ ਗੁਰਮੁਖ ਬੈਠਦਾ ਹੈ ਤੇ ਇਹ ਦਰਸ਼ਨ ਕਰਦਾ ਹੈ, ਕਿਉਂਕਿ ਉਹਦੇ ਦੋ ਨਹੀਂ ਹਨ, ਕੋਈ ਇਕਾਗਰ ਮਨ ਵਿੱਚ ਇੱਕੋ ਹੀ ਹੈ। ਇਸ ਪੌੜੀ ਦੀ ਅਸੀਂ ਵਿਚਾਰ ਅੱਜ ਕੀਤੀ ਹੈ। ਇਹ ਗੋਰਖ ਸ਼ਬਦ ਦਾ ਜਿਹੜਾ ਨਵਾਂ ਅਰਥ ਦਿੱਤਾ ਹੈ, ਔਰ ਬਰਮਾ ਔਰ ਗੋਰਖ ਈਸ਼ਵਰ ਤੇ ਈਸ਼ਵਰ ਦਾ ਹੀ ਹੈ। ਗੋਰਖ ਔਰ ਬਰਮਾ ਦੇ ਭਾਈ ਕਾਹਨ ਸਿੰਘ ਜੀ ਨੇ ਸਾਨੂੰ ਨਵੇਂ ਅਰਥ ਵੀ ਦਿੱਤੇ ਹਨ। ਪਾਰਬਤੀ ਮਾਈ ਦੇ ਵੀ ਗੱਲ ਕੀਤੀ